ਜਨਰਲ ਜ਼ਿਆ ਦੇ ਦੌਰ ਦੇ ਦੌਰਾਨ ਪਾਕਿਸਤਾਨ ਦੇ ਗਵਾੜ ਯਾਨੀ ਕਿ ਅਫਗਾਨਿਸਤਾਨ ਵਿੱਚ ਵੀ ਇੱਕ ਖੇਲ ਤਮਾਸ਼ਾ ਹੋ ਰਿਹਾ ਹੈ। ਵਾਕਿਆ ਇਹ ਵੇ ਕਿ 27 ਦਸੰਬਰ 1979 ਰੂਸ ਦੀ ਫੌਜ ਨੇ ਅਫਗਾਨਿਸਤਾਨ ਦੇ ਸਦਰ ਹਫੀਜ਼ੁੱਲਾ ਅਮੀਨ ਨੂੰ ਉਹਨਾਂ ਦੇ ਘਰ ਵਿੱਚ ਹੀ ਕਤਲ ਕਰ ਦਿੱਤਾ ਔਰ ਅਫਗਾਨਿਸਤਾਨ ਵਿੱਚ ਆਪਣੀ ਮਰਜ਼ੀ ਦੀ ਹਕੂਮਤ ਮੁਸੱਲਤ ਕਰ ਦਿੱਤੀ ਔਰ ਤਕਰੀਬਨ 6.5 ਲੱਖ ਫੌਜੀ ਅਫਗਾਨਿਸਤਾਨ ਵਿੱਚ ਲਾ ਦਿੱਤੇ। ਇਹ 43 ਮਿੰਟਾਂ ਦਾ ਆਪਰੇਸ਼ਨ ਜਿਹਨੂੰ ਸਟ੍ਰਾਮ 333 ਵੀ ਆਖਿਆ ਜਾਂਦਾ ਹੈ, ਇਸ ਅਫਗਾਨ ਜੰਗ ਦੀ ਬੁਨਿਆਦ ਰੱਖੀ। ਔਰ 10 ਸਾਲਾਂ ਦੀ ਲੰਮੀ ਤਰੀਨ ਜੰਗ ਸ਼ੁਰੂ ਹੋ ਗਈ ਜਿਹਦੇ ਵਿੱਚ ਤਕਰੀਬਨ 12.5 ਲੱਖ ਬੰਦੇ ਲੁਕਮਾਜਲ ਬਣ ਗਏ। ਇਸ ਸਾਰੇ ਖੇਲ ਤਮਾਸ਼ੇ ਨੂੰ ਜਨਰਲ ਜ਼ਿਆ ਉਲ ਹਕ ਬਗੌਰ ਵੇਖ ਰਿਹਾ ਹਨ। ਜਨਰਲ ਜ਼ਿਆ ਉਲ ਹਕ ਦਾ ਇਹ ਖਿਆਲ ਆਈ ਕਿ ਰੂਸ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਤੇ ਕਬਜ਼ਾ ਕਰਕੇ ਔਰ ਗਵਾਦਰ ਦੇ ਜ਼ਰੀਏ ਗਰਮ ਪਾਣੀਆਂ ਤੱਕ ਰਸਾਈ ਹਾਸਲ ਕਰਨਾ ਚਾਹੁੰਦਾ ਹੈ। ਔਰ ਦੂਜੇ ਪਾਸੇ ਅਮਰੀਕਾ ਜਿਹੜਾ ਹੈ ਉਹ ਅੱਗੇ ਹੀ ਰੂਸ ਦਾ ਦੁਸ਼ਮਣ ਆਈ। ਔਰ ਜਿਵੇਂ ਪੰਜਾਬੀ ਦੀ ਇੱਕ ਮਿਸਾਲ ਹੈ ਕਿ ਬੇਲੀ ਦਾ ਬੇਲੀ ਭਾਵੇਂ ਬੇਲੀ ਨਾ ਹੋਵੇ ਲੇਕਿਨ ਵੈਰੀ ਦਾ ਵੈਰੀ ਬੇਲੀ ਜ਼ਰੂਰ ਹੁੰਦਾ ਹੈ। ਔਰ ਅਮਰੀਕਾ ਨੇ ਰੂਸ ਦੇ ਖਿਲਾਫ ਅਫਗਾਨਿਸਤਾਨ ਦੀ ਮਦਦ ਦਾ ਫੈਸਲਾ ਕਰ ਲਿਆ। ਉਸ ਵਕਤ ਰੂਸ ਔਰ ਇੰਡੀਆ ਆਪਸ ਵਿੱਚ ਜੰਗੀ ਇਤਿਹਾਦੀ ਵੀ ਹਨ। ਜਨਰਲ ਜ਼ਿਆ ਉਲ ਹਕ ਨੇ ਖਤਰਾ ਇਹ ਵੀ ਆਈ ਕਿ ਇੱਕ ਹੀ ਇੰਡੀਆ ਅਗਰ ਅਫਗਾਨਿਸਤਾਨ ਵਿੱਚ ਵੀ ਰੂਸ ਆਪਣੇ ਪੈਰ ਪੀਡੇ ਕਰ ਗਿਆ ਔਰ ਪਾਕਿਸਤਾਨ ਲਾਹਨਿਓਂ ਚੜ੍ਹਦਿਓਂ ਦੋਵਾਂ ਪਾਸੇ ਦੁਸ਼ਮਣ ਦੇ ਘੇਰੇ 'ਚ ਆ ਜਾਸੀ। ਇਸ ਮਕਸਦ ਵਾਸਤੇ ਪਾਕਿਸਤਾਨ ਨੇ ਅਮਰੀਕਾ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਔਰ ਅਮਰੀਕਾ ਨੇ ਰੂਸ ਦੇ ਖਿਲਾਫ ਅਫਗਾਨਿਸਤਾਨ ਵਿੱਚ ਪਾਕਿਸਤਾਨ ਨੇ ਫਰੰਟ ਲਾਈਨ ਸਟੇਟ ਬਣਾ ਦਿੱਤਾ। ਅਗਰ ਸਾਦਿਆਂ ਲਫ਼ਜ਼ਾਂ ਵਿੱਚ ਗੱਲ ਕੀਤੀ ਜਾਏ ਤੇ ਅਮਰੀਕਾ ਦੀ ਬੰਦੂਕ ਪਾਕਿਸਤਾਨ ਦਾ ਮੋਢਾ ਔਰ ਨਿਸ਼ਾਨਾ ਆਈ ਸੋਵੀਅਤ ਰੂਸ। ਪਾਕਿਸਤਾਨ ਨੇ ਅਫਗਾਨੀ ਮੁਜਾਹਿਦਾਨ ਪਾਕਿਸਤਾਨ ਵਿੱਚ ਪਨਾਹ ਦੇਣੀ ਸ਼ੁਰੂ ਕਰ ਦਿੱਤੀ ਔਰ ਉਹਨਾਂ ਟ੍ਰੇਨਿੰਗ ਦੇ ਕੇ ਦੁਬਾਰਾ ਵਾਪਸ ਅਫਗਾਨਿਸਤਾਨ ਭੇਜਣਾ ਸ਼ੁਰੂ ਕਰ ਦਿੱਤਾ। ਲੇਕਿਨ ਉਸ ਵਕਤ ਨੁਕਸ ਇਹ ਆਈ ਕਿ ਪਾਕਿਸਤਾਨ ਉੱਤੇ ਆਲਮੀ ਪਾਬੰਦੀਆਂ ਹਨ ਔਰ ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਪਾਕਿਸਤਾਨ ਕਿਸੇ ਵੀ ਮੁਲਕ ਤੋਂ ਅਸਲਾ ਨਹੀਂ ਲੈ ਸਕਦਾ। ਆਖਿਆ ਜਾਂਦਾ ਹੈ ਕਿ ਅਮਰੀਕੀ ਸਦਰ ਜਿਮੀ ਕਾਰਟਰ ਨੇ ਰੂਸ ਦੇ ਖਿਲਾਫ ਜੰਗ ਵਾਸਤੇ ਪਾਕਿਸਤਾਨ ਨੂੰ $40 ਕਰੋੜ ਦੇਣ ਦੀ ਆਫਰ ਕੀਤੀ, ਜਿਹਦੇ ਜਵਾਬ ਵਿੱਚ ਜਨਰਲ ਜ਼ਿਆ ਉਲ ਹਕ ਨੇ ਇੱਕ ਤਰੀਖੀ ਜੁਮਲਾ ਆਖਿਆ। ਉਹ ਜੁਮਲਾ ਇਹ ਵੇ ਕਿ ਜਨਰਲ ਜ਼ਿਆ ਉਲ ਹਕ ਨੇ ਸਦਰ ਕਾਰਟਰ ਨੂੰ ਆਖਿਆ ਕਿ ਆਪਣੇ ਮੂੰਗਫਲੀ ਦੇ ਦਾਣੇ ਆਪਣੇ ਕੋਲ ਹੀ ਰੱਖੋ। ਇਸ ਤੰਜ਼ੀਆ ਜੁਮਲੇ ਦੇ ਪਿੱਛੇ ਵਜ੍ਹਾ ਇਹ ਵੇ ਕਿ ਸਦਰ ਕਾਰਟਰ ਦੇ ਮੂੰਗਫਲੀ ਦੇ ਫਾਰਮ ਹਨ ਔਰ ਉਹ ਬਹੁਤ ਵੱਡੇ ਪੈਮਾਨੇ ਵਿੱਚ ਮੂੰਗਫਲੀ ਪੈਦਾ ਕਰਦੇ ਹਨ। ਬਹਰਹਾਲ 1981 ਵਿੱਚ ਸਦਰ ਕਾਰਟਰ ਟੁਰ ਗਏ ਔਰ ਡੋਨਲਡ ਡਰੈਗਰ ਅਮਰੀਕਾ ਦੇ ਨਵੇਂ ਸਦਰ ਬਣ ਗਏ। ਡਰੈਗਰ ਇੱਕ ਕਾਰੋਬਾਰੀ ਆਦਮੀ ਹਨ ਜਿਨ੍ਹਾਂ ਨੂੰ ਸੌਦੇ ਦੀ ਸਹੀ ਕੀਮਤ ਲਾਣੇ ਦਾ ਪਤਾ ਹੈ। ਡਰੈਗਰ ਨੇ ਇਸ ਮਕਸਦ ਵਾਸਤੇ ਪਾਕਿਸਤਾਨ ਉੱਤੇ ਡਾਲਰਾਂ ਦੀ ਬਾਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਡਰੈਗਰ ਹਕੂਮਤ ਨੇ ਪਾਕਿਸਤਾਨ ਨੂੰ $3 ਅਰਬ 20 ਕਰੋੜ ਦੇਣ ਦਾ ਐਲਾਨ ਕਰ ਦਿੱਤਾ ਔਰ ਪਾਕਿਸਤਾਨ ਤੇ ਲੱਗੀਆਂ तमाम तर ਪਾਬੰਦੀਆਂ ਵੀ ਖਤਮ ਕਰ ਦਿੱਤੀਆਂ। ਪਾਕਿਸਤਾਨ ਨੇ ਖੁੱਲ ਕੇ ਰੂਸ ਦੇ ਖਿਲਾਫ ਫਰੰਟ ਲਾਈਨ ਸਟੇਟ ਬਣਾ ਦਿੱਤਾ ਔਰ ਪਾਕਿਸਤਾਨ ਨੇ ਦੁਨੀਆ ਤੋਂ ਜਦੀਦ ਤਰੀਨ ਅਸਲਾ ਲਿਆਣਾ ਸ਼ੁਰੂ ਕਰ ਦਿੱਤਾ। F-16 ਜਹਾਜ਼ ਵੀ ਉਸ ਦੌਰ ਵਿੱਚ ਹੀ ਪਾਕ ਫਜ਼ਾਈਆ ਦਾ ਹਿੱਸਾ ਬਣਿਆ ਸੀ। ਬਹਰਹਾਲ ਪਾਕਿਸਤਾਨ ਔਰ ਅਮਰੀਕਾ ਰਲ ਕੇ ਵੀ ਰੂਸ ਨਾਲ ਰਾਣੇ 'ਚ ਬਿਲਕੁਲ ਹੀ ਨਾਕਾਮ ਰਹੇ। ਉਹਦੀ ਵਜ੍ਹਾ ਸੀ MI ਹੈਲੀਕਾਪਟਰ, ਜਿਹੜਾ ਇੰਤਹਾਈ ਤਾਕਤਵਰ ਜੰਗੀ ਹੈਲੀਕਾਪਟਰ ਆਈ ਜਿਹੜਾ ਕਿਸੇ ਸੂਰਤ ਵੀ ਕਾਬੂ ਨਹੀਂ ਆ ਰਿਹਾ। ਔਰ ਫਿਰ ਅਮਰੀਕਾ ਨੇ ਪਾਕਿਸਤਾਨ ਨੂੰ ਸਟ੍ਰਿੰਗਰ ਮਿਜ਼ਾਈਲ ਦਿੱਤਾ। ਸਟ੍ਰਿੰਗਰ ਮਿਜ਼ਾਈਲ ਸਿਸਟਮ ਪਾਕਿਸਤਾਨ ਵਿੱਚੋਂ ਅਫਗਾਨਿਸਤਾਨ ਵਿੱਚ ਸ਼ਿਫਟ ਕੀਤਾ ਜਾਂਦਾ ਔਰ ਸਟ੍ਰਿੰਗਰ ਮਿਜ਼ਾਈਲ ਨੇ ਵੇਂਦਿਆਂ ਰੂਸ ਫੌਜ ਦੀ ਤਬਾਹੀ ਲਾ ਛੱਡੀ। ਉਹ ਰੂਸ ਜਿਹੜਾ ਕਿਸੇ ਸੂਰਤ ਵੀ ਪਿਛਾਂ ਹਟਣੇ ਵਾਸਤੇ ਤਿਆਰ ਨਹੀਂ। 1988 ਵਿੱਚ ਉਸ ਵਾਪਸੀ ਦਾ ਫੈਸਲਾ ਕੀਤਾ ਔਰ ਪਾਕਿਸਤਾਨ, ਅਫਗਾਨਿਸਤਾਨ, ਅਮਰੀਕਾ ਔਰ ਰੂਸ ਦੇ ਦਰਮਿਆਨ ਜਨੇਵਾ ਵਿੱਚ ਇੱਕ ਮੁਆਹਦਾ ਹੋਇਆ। ਉਸ ਮੁਆਹਦੇ ਦਾ ਏਜੰਡਾ ਇਹ ਆਈ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਇੱਕ ਦੂਜੇ ਦੇ ਮਾਮਲਾਤ ਵਿੱਚ ਦਖਲ ਅੰਦਾਜ਼ੀ ਨਹੀਂ ਕਰਨ ਲਗੇ ਔਰ ਪਾਕਿਸਤਾਨ ਅਫਗਾਨੀਆਂ ਦੇ ਸਾਰੇ ਮਾਜਰੀਨ ਵਾਪਸ ਅਫਗਾਨਿਸਤਾਨ ਘੱਲ ਦੇਗਾ ਔਰ ਫਰਵਰੀ 1999 ਤੱਕ ਰੂਸ ਅਫਗਾਨਿਸਤਾਨ ਵਿੱਚੋਂ ਆਪਣੀ ਸਾਰੀ ਫੌਜ ਵਾਪਸ ਲੈ ਜਾਏਗਾ। ਆਖਿਆ ਜਾਂਦਾ ਇਹ ਹੀ ਮੁਆਹਦਾ ਸੀ ਜਿਹਦੇ ਵਿੱਚ ਮੁਹੰਮਦ ਖਾਨ ਜਨੇਜੋ ਨੇ ਜ਼ਿਆ ਉਲ ਹਕ ਤੋਂ ਪੁੱਛੇ ਬਗੈਰ ਹੀ ਉਸ ਮੁਆਹਦੇ ਤੇ ਸਾਈਨ ਕਰ ਦਿੱਤੇ, ਜਿਹਦਾ ਖਮਿਆਜ਼ਾ ਜਨੇਜੋ ਨੂੰ ਆਪਣੀ ਹਕੂਮਤ ਦੀ ਬਰਤਰਫੀ ਦੀ ਸੂਰਤ ਵਿੱਚ ਵੇਖਣਾ ਪਿਆ। ਬਹਰਹਾਲ ਰੂਸ ਨੇ ਆਪਣੇ ਮੁਆਹਦੇ ਦੀ ਪਾਸਦਾਰੀ ਕੀਤੀ ਔਰ 10 ਸਾਲ ਦੀ ਲੰਮੀ ਤਰੀਨ ਜੰਗ ਕਰਨੇ ਤੋਂ ਬਾਅਦ ਰੂਸ ਨੇ ਆਪਣੀ ਫੌਜ ਵਾਪਸ ਕੱਢਣਾ ਸ਼ੁਰੂ ਕਰ ਦਿੱਤੀ। ਇਹਨਾਂ 10 ਸਾਲਾਂ ਵਿੱਚ ਰੂਸ ਨੇ ਬਹੁਤ ਜ਼ਿਆਦਾ ਮੁਆਸ਼ੀ ਔਰ ਜਾਨੀ ਨੁਕਸਾਨ ਹੋਇਆ। ਰੂਸੀ ਫੌਜ ਦੇ ਤਕਰੀਬਨ 1 ਲੱਖ ਫੌਜੀ ਅਫਗਾਨਿਸਤਾਨ ਵਿੱਚ ਮਾਰੇ ਗਏ ਔਰ ਤਕਰੀਬਨ $50 ਅਰਬ ਦਾ ਮੁਆਸ਼ੀ ਨੁਕਸਾਨ ਹੋਇਆ। ਔਰ ਫਿਰ ਹਾਲਾਤ ਦੀ ਸਿਤਮ ਜ਼ਰੀਫੀ ਵੇਖੋ ਕਿ ਰੂਸ ਨੇ ਉਹ ਹੀ ਗਰਮ ਪਾਣੀਆਂ ਤੱਕ ਰਸਾਈ ਬਾਅਦ ਵਿੱਚੋਂ ਸੀ ਪੈਕ ਦੇ ਜ਼ਰੀਏ ਲੱਭ ਗਈ। ਰੂਸ ਦੀ ਇਸ ਲਾਸਲ ਜੰਗ ਦਾ ਨਤੀਜਾ ਇਹ ਨਿਕਲਿਆ
ਕਿ ਸੋਵੀਅਤ रूस ਦੀ ਆਪਣੇ ਜ਼ੇਰੇ ਅਸਰ ਇਲਾਕਿਆਂ ਵਿੱਚੋਂ ਗ੍ਰਿਫਤ ਕਮਜ਼ੋਰ ਹੁੰਦੀ ਗਈ। ਹਾਲਾਤ ਇਤਨੇ ਖਰਾਬ ਹੋ ਗਏ ਕਿ 1990 ਵਿੱਚ ਲਿਥੁਆਨੀਆ ਨੇ ਸਭ ਤੋਂ ਪਹਿਲਾਂ ਅਲੱਦਗੀ ਦਾ ਫੈਸਲਾ ਕੀਤਾ ਔਰ ਆਪਣੇ ਆਪ ਨੂੰ ਇੱਕ ਆਜ਼ਾਦ ਰਿਆਸਤ ਡਿਕਲੇਅਰ ਕਰ ਦਿੱਤਾ। ਔਰ ਵੇਨਿਆ ਇੱਕ ਤੋਂ ਬਾਅਦ ਇੱਕ ਰਿਆਸਤਾਂ ਵੱਖਰੀਆਂ ਹੁੰਦੀਆਂ ਗਈਆਂ ਔਰ रूस ਦੇ ਤਕਰੀਬਨ 15 ਟੋਟੇ ਹੋ ਗਏ। रूस ਅਫਗਾਨਿਸਤਾਨ ਵਿੱਚੋਂ ਆਪਣੀ ਫੌਜ ਕੱਢਦਾ ਹੀ ਆਏ ਪਿਆ ਕਿ ਇਸ ਦੌਰਾਨ ਜਨਰਲ ਜ਼ਿਆਉਲ ਹਕ ਦਾ ਆਖਰੀ ਵਕਤ ਵੀ ਆ ਗਿਆ। ਜਿਨ੍ਹਾਂ ਦੇ ਪਾਕਿਸਤਾਨ ਦੇ ਮਾਲਕ ਨਾਲ ਕੀ ਹੋਇਆ, ਇਹ ਸਭ ਜਾਣਨੇ ਵਾਸਤੇ ਅਗਲੀ ਵੀਡੀਓ ਵੇਖੋ। ਵੀਡੀਓ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਪਾਕਿਸਤਾਨ ਜ਼ਿੰਦਾਬਾਦ।